वन स्टूडेंट्स बेटा पहला ਆਪਾਂ ਪਿਛਲੇ ਟੌਪਿਕ ਦੇ ਵਿੱਚ ਆਪਾਂ ਕੀਤਾ ਸੀਗਾ ਕਿ ਡੇਵਿਡ ਈਸਟਨ ਦੇ ਅਕੋਰਡਿੰਗਲੀ ਸਕੈਚ ਕਿਹੋ ਜਿਹਾ ਪੋਲੀਟੀਕਲ ਸਿਸਟਮ ਦਾ ਕਿ ਪੋਲੀਟੀਕਲ ਸਿਸਟਮ ਅਕੋਰਡਿੰਗ ਟੂ ਡੇਵਿਡ ਈਸਟਨ ਕਿਹੋ ਜਿਹਾ ਹੈ। ਨਾਓ ਵੀ ਆਰ ਗੋਇੰਗ ਟੂ ਸਟਾਰਟ ਦੀ ਫੰਕਸ਼ਨਸ ਆਫ ਦੀ ਪੋਲੀਟੀਕਲ ਸਿਸਟਮ ਅਕੋਰਡਿੰਗ ਟੂ ਦੀ ਆਲਮੰਡ ਐਂਡ ਪਾਵਲ। ਆਲਮੰਡ ਦੇ ਅਕੋਰਡਿੰਗਲੀ ਆਲਮੰਡ ਇਹ ਕਹਿੰਦਾ ਹੈ ਜਿਵੇਂ ਡੇਵਿਡ ਈਸਟਨ ਇਹ ਕਹਿੰਦਾ ਹੈ ਨਾ ਵੀ ਬੇਟਾ ਡਿਮਾਂਡ ਜਿਹੜਾ ਆਪਾਂ ਇਨਪੁਟਸ ਅਤੇ ਆਊਟਪੁੱਟਸ ਦੇ ਰੂਪ ਦੇ ਵਿੱਚ ਇਨਪੁਟਸ ਦੇ ਵਿੱਚ ਆਪਾਂ ਡਿਮਾਂਡ ਐਂਡ ਸਪੋਰਟਸ ਦਿੰਦੇ ਹਾਂ ਅਤੇ ਆਊਟਪੁੱਟ ਦੇ ਵਿੱਚ ਆਪਾਂ ਨੂੰ ਡਿਸੀਜ਼ਨਸ ਅਤੇ ਪੋਲਿਸੀਜ਼ ਮਿਲਦੀਆਂ ਨੇ। ਉਸੀ ਤਰ੍ਹਾਂ ਜਿਹੜਾ ਆਲਮੰਡ ਹੈ ਉਹ ਇਹ ਕਹਿੰਦਾ ਹੈ ਕਿ ਇਨਪੁਟਸ ਅਤੇ ਆਊਟਪੁੱਟਸ ਦੀ ਡੈਫੀਨੇਸ਼ਨ ਉਹੀ ਰਹੇਗੀ ਜੋ ਤੁਸੀਂ ਪਿੱਛੇ ਕੀਤੀ ਹੈ ਨਾ। ਅਤੇ ਇਨਪੁਟਸ ਦੇ ਰੂਪ ਦੇ ਵਿੱਚ ਜਿੱਥੇ ਉਹ ਡਿਮਾਂਡ ਐਂਡ ਸਪੋਰਟ ਦੀ ਗੱਲ ਕਰਦਾ ਹੈ, ਆਲਮੰਡ ਜਿਹੜਾ ਹੈਗਾ ਉਹ ਗੱਲ ਕਰਦਾ ਪੋਲੀਟੀਕਲ ਸੋਸ਼ਲਾਈਜੇਸ਼ਨ ਐਂਡ ਇਕੁਇਪਮੈਂਟ, ਠੀਕ ਹੈ, ਇੰਟਰਸਟ ਆਰਟੀਕੂਲੇਸ਼ਨਸ, ਇੰਟਰਸਟ ਐਗਰੀਗੇਸ਼ਨਸ ਐਂਡ ਪੋਲੀਟੀਕਲ ਕਮਿਊਨੀਕੇਸ਼ਨ। ਅਗਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਰਾਜਨੀਤਿਕ ਸਮਾਜੀਕਰਨ, ਹਿੱਤ ਸਪਸ਼ਟੀਕਰਨ, ਹਿੱਤ ਸਮੂਹੀਕਰਨ ਅਤੇ ਰਾਜਨੀਤਿਕ ਸੰਚਾਰ ਹੈ ਨਾ। ਔਰ ਇਸ ਦੇ ਬਦਲੇ ਸਾਨੂੰ ਪੋਲੀਟੀਕਲ ਸਿਸਟਮ ਆਊਟਪੁੱਟਸ ਦੇ ਵਿੱਚ ਕੀ ਦਿੰਦਾ ਹੈ? ਰੂਲ ਮੇਕਿੰਗ ਫੰਕਸ਼ਨ, ਰੂਲ ਐਪਲੀਕੇਸ਼ਨ ਫੰਕਸ਼ਨ ਐਂਡ ਰੂਲ ਐਡਜਸਟਮੈਂਟ ਫੰਕਸ਼ਨ। ਯਾਨੀ ਕਿ ਅਗਰ ਆਪਾਂ ਆਪਣੇ ਪੋਲੀਟੀਕਲ ਸਿਸਟਮ ਨੂੰ ਇਨਪੁਟਸ ਦੇ ਰੂਪ ਦੇ ਵਿੱਚ ਇਹ ਚਾਰ ਚੀਜ਼ਾਂ ਦਿੰਦੇ ਨੇ ਅਤੇ ਇਹਨਾਂ ਚਾਰਾਂ ਚੀਜ਼ਾਂ ਦੀ ਬਜਾਏ ਸਾਨੂੰ ਕੀ ਮਿਲਦਾ ਹੈ ਕਿ ਸਾਡੇ ਲਈ ਪੋਲੀਟੀਕਲ ਸਿਸਟਮ ਰੂਲਸ ਬਣਾਉਂਦੀ ਹੈ, ਰੂਲਸ ਨੂੰ ਐਪਲੀਕੇਟ ਕਰਦੀ ਹੈ, ਲਾਗੂ ਕਰਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਦੀ ਐਡਜਸਟਮੈਂਟ ਵੀ ਉਸੀ ਦੇ ਹਿਸਾਬ ਨਾਲ ਕਰਦੀ ਹੈ। ਠੀਕ ਹੈ ਬੇਟਾ। ਸੋ ਹੁਣ ਆਪਾਂ ਇਹਨਾਂ ਨੂੰ ਐਕਸਪਲੇਨ ਕਰਦੇ ਹਾਂ, ਠੀਕ ਹੈ, ਕਿ ਇਹ ਹੁੰਦਾ ਕੀ ਹੈ ਸਾਰੀਆਂ ਚੀਜ਼ਾਂ। ਠੀਕ ਹੈ, ਦੇਖੋ ਬੇਟਾ ਸਭ ਤੋਂ ਪਹਿਲਾਂ ਆਉਂਦੇ ਹੈ ਇਨਪੁਟ ਫੰਕਸ਼ਨ। ਸਭ ਤੋਂ ਪਹਿਲਾਂ ਹੈ ਆਪਣਾ ਪੋਲੀਟੀਕਲ ਸੋਸ਼ਲਾਈਜੇਸ਼ਨ। ਵਾਟ ਇਜ਼ ਦ ਮੀਨਿੰਗ ਆਫ ਪੋਲੀਟੀਕਲ ਸੋਸ਼ਲਾਈਜੇਸ਼ਨ? ਸਭ ਤੋਂ ਪਹਿਲਾਂ ਗੱਲ ਆਉਂਦੀ ਕਿ ਸੋਸ਼ਲਾਈਜੇਸ਼ਨ ਕੀ ਹੈ। ਸੋਸ਼ਲਾਈਜੇਸ਼ਨ ਬੇਟਾ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਸ ਦੇ ਰਾਹੀਂ ਇੱਕ ਪਰਸਨ ਪੋਲੀਟੀਕਲਸ ਦੇ ਬਾਰੇ, ਪੋਲੀਟਿਕਸ ਦੇ ਬਾਰੇ, ਰਾਜਨੀਤੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਹੈ ਔਰ ਆਪਣੇ ਵਿਚਾਰਾਂ ਨੂੰ ਉਹਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਹੈ। ਯੂ ਸਪੋਜ਼ ਦੈਟ ਬੇਟਾ ਮੈਂ ਸ਼ੁਰੂ ਤੋਂ ਹੀ ਅਗਰ ਮੈਂ ਬੀਜੇਪੀ ਦੇ ਬਾਰੇ ਪੜ੍ਹਦੀ ਹਾਂ, ਬੀਜੇਪੀ ਦੇ ਬਾਰੇ ਅਗਰ ਸੁਣਦੀ ਆ ਰਹੀ ਹਾਂ, ਪੋਲੀਟਿਕਸ ਦੇ ਵਿੱਚ ਮੇਰਾ ਇੰਟਰਸਟ ਹੈ, ਤਾਂ ਮੈਂ ਕਿਸੇ ਨਾ ਕਿਸੇ ਪੋਲਿਸੀ ਬਾਰੇ ਜਾਂ ਕਿਸੇ ਨਾ ਕਿਸੇ ਇੱਕ ਪਾਰਟੀ ਬਾਰੇ ਇੱਕ ਵਿਚਾਰਧਾਰਾ ਕਾਇਮ ਕਰ ਲੈਂਦੀ ਹਾਂ। ਆਪਾਂ ਕਹਿੰਦੇ ਨੇ ਸ਼ੁਰੂ ਤੋਂ ਹੀ ਅਸੀਂ ਜੀ ਕਾਂਗਰਸ ਨੂੰ ਵੋਟ ਪਾਉਂਦੇ ਆ ਰਹੇ ਹਾਂ, ਸ਼ੁਰੂ ਤੋਂ ਹੀ ਅਸੀਂ ਬੀਜੇਪੀ ਨੂੰ ਵੋਟ ਪਾਉਂਦੇ। ਉਹ ਕਿਉਂ? ਬਿਕੋਜ਼ ਅਸੀਂ ਸ਼ੁਰੂ ਤੋਂ ਉਸ ਪਾਰਟੀ ਦੇ ਬਾਰੇ ਆਪਣੀ ਵਿਚਾਰਧਾਰਾ ਜਾਂ ਆਪਣੇ ਵਿਸ਼ਵਾਸ ਅਸੀਂ ਕਾਇਮ ਉਹੀ ਜਿਹੇ ਕਰ ਲਏ ਨੇ। ਠੀਕ ਹੈ, ਇਹ ਤੁਸੀਂ ਇੱਥੇ ਤੋਂ ਲੈ ਕੇ ਇੱਥੇ ਤੱਕ ਕਰਨਾ। ਰਾਜਨੀਤਿਕ ਸਮਾਜੀਕਰਨ ਉਹ ਵਿਧੀ ਹੈ ਜਿਸ ਰਾਹੀਂ ਰਾਜਨੀਤਿਕ ਸੱਭਿਆਚਾਰ ਨੂੰ ਕਾਇਮ ਰੱਖਿਆ ਜਾਂ ਬਦਲਿਆ ਜਾਂਦਾ ਹੈ। ਠੀਕ ਹੈ, ਇਨ ਇੰਗਲਿਸ਼ ਵੀ ਕੈਨ ਸੇ ਦੈਟ ਪੋਲੀਟੀਕਲ ਸੋਸ਼ਲਾਈਜੇਸ਼ਨ ਇਜ਼ ਦ ਪ੍ਰੋਸੈਸ ਬਾਈ ਵਿਚ ਪੋਲੀਟੀਕਲ ਕਲਚਰਸ ਆਰ ਮੇਨਟੇਨਡ ਐਂਡ ਐਜ਼ ਵੈਲ ਐਜ਼ ਦ ਚੇਂਜਡ ਆਲਸੋ। ਸੱਭਿਆਚਾਰ ਮੀਨਸ ਉਸ ਪੋਲੀਟੀਕਲ ਸਿਸਟਮ ਦੇ ਬਾਰੇ ਆਪਣੇ ਵਿਚਾਰਾਂ ਨੂੰ ਪੇਸ਼ ਕਰਨਾ। ਅਤੇ ਉਸ ਤੋਂ ਬਾਅਦ ਬੇਟਾ ਆਉਂਦਾ ਹੈ ਇੰਟਰਸਟ ਆਰਟੀਕੂਲੇਸ਼ਨ, ਹਿੱਤ ਸਪਸ਼ਟੀਕਰਨ। ਜ਼ਰੂਰੀ ਹੈ ਹਿੱਤਾਂ ਨੂੰ ਸਪਸ਼ਟ ਕਰਨਾ ਹੈ ਨਾ। ਕਿ ਅਗਰ ਸਪੋਜ਼ ਕਰੋ ਅਸੀਂ ਡਿਮਾਂਡ ਕਰ ਰਹੇ ਹਾਂ ਪੋਲੀਟੀਕਲ ਸਿਸਟਮ ਤੋਂ, ਸਾਡੇ ਜਿਹੜੇ ਇੰਟਰਸਟ ਹੈ ਇਟ ਸ਼ੁੱਡ ਬੀ ਕਲੀਅਰ ਹੈ ਨਾ, ਇਟ ਸ਼ੁੱਡ ਬੀ ਆਰਟੀਕੂਲੇਸ਼ਨ, ਇਟ ਸ਼ੁੱਡ ਬੀ ਕਲੀਅਰ ਹੈ ਨਾ, ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਆਪਣੇ ਪੋਲੀਟੀਕਲ ਸਿਸਟਮ ਨੂੰ, ਅਸੀਂ ਕਿਸ ਤਰ੍ਹਾਂ ਦੀ ਡਿਮਾਂਡ ਰੱਖ ਰਹੇ ਹਾਂ। ਜਿਵੇਂ ਬੇਟਾ ਅੱਜ ਕੱਲ੍ਹ ਤੁਸੀਂ ਦੇਖਿਆ ਕਿਸਾਨ ਜਿਹੜੇ ਹੈਗੇ ਨੇ ਉਹ ਦਿੱਲੀ ਵੱਲ ਜਾ ਰਹੇ ਨੇ, ਉਹਨਾਂ ਦੇ ਕਲੀਅਰ ਹੈ ਕਿ ਉਹਨਾਂ ਦੀਆਂ ਕਿਹੜੀਆਂ ਮੰਗਾਂ ਨੇ ਹੈ ਨਾ, ਕਿਸ ਚੀਜ਼ ਕਿਹੜੀਆਂ ਮੰਗਾਂ ਨੂੰ ਲੈ ਕੇ ਉਹ ਸਰਕਾਰ ਦੇ ਖਿਲਾਫ ਧਰਨਾ ਕਰ ਰਹੇ ਨੇ। ਉਸ ਤੋਂ ਬਾਅਦ ਹੈ ਬੇਟਾ ਇਹਦੇ ਵਿੱਚ ਇੱਕ ਸਬ ਪੁਆਇੰਟ ਹੈ ਮੀਨਸ ਆਫ ਇੰਟਰਸਟ ਆਰਟੀਕੂਲੇਸ਼ਨ। ਇੰਟਰਸਟ ਆਰਟੀਕੂਲੇਸ਼ਨ ਕਿਵੇਂ ਹੁੰਦਾ ਹੈ? ਜਿਵੇਂ ਹੜਤਾਲਾਂ ਕਰਕੇ ਹੈ ਨਾ, ਪੋਸਟਰ ਪ੍ਰੋਟੈਸਟ ਮੀਟਿੰਗ ਕਰਕੇ ਹੈ ਨਾ, ਅਖਬਾਰ ਅਤੇ ਰਸਾਲਿਆਂ ਰਾਹੀਂ ਮੈਗਜ਼ੀਨਸ ਦੇ ਵਿੱਚ ਆਰਟੀਕਲਸ ਦੇ ਕੇ। ਸੋ ਇਸ ਤਰ੍ਹਾਂ ਜਿਹੜਾ ਹੈਗਾ ਆਪਣੀਆਂ ਮੰਗਾਂ ਦੀਆਂ ਸਪਸ਼ਟੀਕਰਨ ਕੀਤਾ ਜਾਂਦਾ ਹੈ ਕਿ ਵਟ ਸ਼ੁੱਡ ਵੀ ਵਾਂਟ, ਕਿ ਅਸੀਂ ਕੀ ਚਾਹੁੰਦੇ ਹਾਂ, ਅਸੀਂ ਆਪਣੇ ਡਿਪਾਰਟਮੈਂਟ ਤੋਂ, ਅਸੀਂ ਆਪਣੇ ਸਿਸਟਮ ਤੋਂ ਕਿਹੋ ਜਿਹੀਆਂ ਮੰਗਾਂ ਜਿਹੜੀਆਂ ਹੈਗੀਆਂ ਉਹਦੀਆਂ ਮੰਗ ਕਰ ਰਹੇ। ਉਸ ਤੋਂ ਬਾਅਦ ਹੈ ਇੰਟਰਸਟ ਐਗਰੀਗੇਸ਼ਨ ਮੀਨਸ ਹਿੱਤ ਸਮੂਹੀਕਰਨ। ਇੱਕ ਪਰਸਨ ਅਗਰ ਇੱਕ ਕਿਸਾਨ ਦਿੱਲੀ ਜਾਂਦਾ, ਅਗਰ ਇੱਕ ਕਿਸਾਨ ਜਿਹੜਾ ਹੈਗਾ ਧਰਨੇ 'ਤੇ ਬੈਠਦਾ ਤਾਂ ਸ਼ਾਇਦ ਉਸਦਾ ਅਸਰ ਓਨਾ ਨਹੀਂ ਪੈਂਦਾ ਜਿੰਨਾ ਕਿ ਇੱਕ ਸਮੂਹ ਦਾ ਪੈਂਦਾ ਹੈ। ਠੀਕ ਹੈ, ਤੁਹਾਡੀ ਡਿਮਾਂਡ ਉਦੋਂ ਤੱਕ ਨਹੀਂ ਸੁਣੀ ਜਾਏਗੀ ਜਦੋਂ ਤੱਕ ਤੁਹਾਡੀ ਡਿਮਾਂਡਸ ਦੇ ਵਿੱਚ ਜਿਹੜਾ ਹੈਗਾ ਉਹ ਸਪੋਰਟ ਨਹੀਂ ਹੋਏਗਾ ਹੈ ਨਾ। ਇੱਕ ਪਰਸਨ ਦੀ ਡਿਮਾਂਡ ਸ਼ਾਇਦ ਉਨੀ ਮਾਇਨੇ ਨਹੀਂ ਰੱਖਦੀ ਜਿੰਨਾ ਗਰੁੱਪ ਆਫ ਪੀਪਲਸ ਦੀ ਡਿਮਾਂਡ ਜਿਹੜੀ ਹੈਗੀ ਉਹ ਮਾਇਨੇ ਰੱਖਦੀ ਹੈ। ਪੋਲੀਟੀਕਲ ਕਮਿਊਨੀਕੇਸ਼ਨ, ਰਾਜਨੀਤਿਕ ਸੰਚਾਰ। ਰਾਜਨੀਤਿਕ ਸੰਚਾਰ ਮੀਨਸ ਪੋਲੀਟੀਕਲ ਕਮਿਊਨੀਕੇਸ਼ਨ, ਜਿਵੇਂ ਅਖਬਾਰਾਂ ਰਾਹੀਂ, ਹੜਤਾਲਾਂ ਰਾਹੀਂ
ਧਰਨਿਆਂ ਰਾਹੀਂ, ਟੈਲੀਗ੍ਰਾਮ ਰਾਹੀਂ ਅਸੀਂ ਆਪਣੀਆਂ ਜਿਹੜੀਆਂ ਵਿਚਾਰ ਨੇ ਉਹ ਪੋਲੀਟੀਕਲ ਸਿਸਟਮ ਤੱਕ ਪਹੁੰਚਾਉਂਦੇ ਨੇ। ਦੈਟ ਇਜ਼ ਮੀਨਸ ਆ ਪੋਲੀਟੀਕਲ ਕਮਿਊਨੀਕੇਸ਼ਨ। ਉਸ ਤੋਂ ਬਾਅਦ ਬੇਟਾ ਆਉਂਦਾ ਹੈ ਆਊਟਪੁੱਟ ਫੰਕਸ਼ਨਸ, ਕਿ ਸਾਡਾ ਪੋਲੀਟੀਕਲ ਸਿਸਟਮ ਸਾਨੂੰ ਸਾਡੀਆਂ ਡਿਮਾਂਡਸ ਦੇ ਰੂਪ ਦੇ ਵਿੱਚ ਕੀ ਪ੍ਰੋਵਾਈਡ ਕਰਦਾ ਹੈ। ਠੀਕ ਹੈ, ਜਿਵੇਂ ਡੇਵਿਡ ਈਸਟਨ ਕਹਿੰਦਾ ਹੈ ਕਿ ਪੋਲਿਸੀਜ਼ ਬਣਾਉਂਦਾ ਹੈ ਨਾ, ਨੀਤੀਆਂ ਬਣਾਉਂਦਾ ਹੈ, ਨਿਯਮ ਬਣਾਉਂਦਾ ਹੈ, ਉਸ ਤਰ੍ਹਾਂ ਆਲਮੰਡ ਇਹ ਕਹਿੰਦਾ ਹੈ ਕਿ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈ ਸਾਨੂੰ ਆਊਟਪੁੱਟ ਦੇ ਰੂਪ ਦੇ ਵਿੱਚ ਪਹਿਲੀ ਗੱਲ ਰੂਲ ਬਣਾਉਂਦਾ ਹੈ ਨਾ, ਰੂਲ ਮੇਕਿੰਗ ਫੰਕਸ਼ਨ ਕਰਦਾ ਹੈ, ਰੂਲ ਬਣਾਉਂਦਾ ਹੈ। ਉਸ ਤੋਂ ਬਾਅਦ ਰੂਲਾਂ ਨੂੰ ਐਪਲੀਕੇਟ ਕਰਦਾ ਹੈ, ਲਾਗੂ ਕਰਦਾ ਹੈ ਸਾਡੇ ਉੱਤੇ। ਔਰ ਅਗਰ ਉਹ ਰੂਲ ਸਾਨੂੰ ਨਹੀਂ ਪਸੰਦ ਆਉਂਦੇ, ਅਗਰ ਉਹ ਸਾਡੀ ਡਿਮਾਂਡਸ ਦੇ ਨਾਲ ਮੇਲ ਨਹੀਂ ਖਾਂਦੇ, ਤਾਂ ਉਹਨਾਂ ਰੂਲਸ ਦੇ ਵਿੱਚ ਐਡਜਸਟਮੈਂਟ ਫੰਕਸ਼ਨ ਵੀ ਜਿਹੜਾ ਹੈਗਾ ਉਹ ਉਹੀ ਕਰਦਾ ਹੈ, ਕਾਨੂੰਨ ਹੀ ਕਰਦਾ ਹੈ। ਸਮਝ ਆ ਗਈ ਬੇਟਾ, ਇਨਪੁਟ ਔਰ ਆਊਟਪੁੱਟ ਫੰਕਸ਼ਨ। ਇਸ ਤੋਂ ਬਾਅਦ ਆਉਂਦਾ ਹੈ ਤੁਹਾਡਾ ਨੈਕਸਟ ਟੌਪਿਕ ਹੈ ਸਟੇਟ ਐਂਡ ਪੋਲੀਟੀਕਲ ਸਿਸਟਮ, ਕਿ ਸਟੇਟ ਔਰ ਪੋਲੀਟੀਕਲ ਸਿਸਟਮ ਦੇ ਵਿੱਚ ਕੀ ਫ਼ਰਕ ਹੈ। ਬੇਟਾ ਤੁਸੀਂ ਪਹਿਲੇ 4th ਚੈਪਟਰ ਦੇ ਵਿੱਚ ਮੈਂ ਤੁਹਾਨੂੰ ਪੜ੍ਹਾਇਆ ਸੀ ਸਟੇਟ ਕੀ ਹੁੰਦੀ ਹੈ ਨਾ, ਫਿਰ ਮੈਂ ਹੁਣ ਤੁਹਾਨੂੰ ਇਸ ਚੈਪਟਰ ਦੇ ਵਿੱਚ ਪੜ੍ਹਾਇਆ ਪੋਲੀਟੀਕਲ ਸਿਸਟਮ ਕੀ ਹੁੰਦਾ ਹੈ। ਹੁਣ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। ਦੇਖੋ ਸਟੇਟ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਟੇਟ ਇਜ਼ ਦ ਗਰੁੱਪ ਆਫ ਮੋਰ ਔਰ ਲੈਸ ਪੀਪਲ ਹੂ ਲਿਵਡ ਔਨ ਦ ਫਿਕਸ ਟੈਰੀਟਰੀ, who have their own government and who have to take free to take any kind of decision whether it is internal or external, ਹੈ ਨਾ। ਪੰਜਾਬੀ 'ਚ ਆਪਾਂ ਗੱਲ ਕਰੀਏ ਤਾਂ ਸਟੇਟ ਗਿਣਤੀ ਦੇ ਵਿੱਚ ਘੱਟ ਜਾਂ ਵੱਧ ਉਹਨਾਂ ਲੋਕਾਂ ਦਾ ਸਮੂਹ ਹੈ ਜੋ ਇੱਕ ਨਿਸ਼ਚਿਤ ਇਲਾਕੇ ਦੇ ਉੱਤੇ ਰਹਿੰਦੇ ਨੇ, ਜਿਨ੍ਹਾਂ ਦੀ ਆਪਣੀ ਸਰਕਾਰ ਹੈ ਔਰ ਜੋ ਆਂਤਰਿਕ ਅਤੇ ਬਾਹਰੀ ਨਿਰਣੇ ਲੈਣ ਦੇ ਵਿੱਚ ਪੂਰੀ ਤਰ੍ਹਾਂ ਫ੍ਰੀ ਨੇ, ਹੈ ਨਾ, ਜਿਨ੍ਹਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਲਾਗੂ ਨਹੀਂ ਹੁੰਦੀ, ਕਿਸੇ ਬਾਹਰਲਾ ਕੋਈ ਦਬਾਅ ਲਾਗੂ ਨਹੀਂ ਹੁੰਦਾ। ਔਰ ਪੋਲੀਟੀਕਲ ਸਿਸਟਮ ਤੁਹਾਨੂੰ ਕੀ ਕਿਹਾ ਸੀਗਾ, ਪੋਲੀਟੀਕਲ ਸਿਸਟਮ ਉਹ ਸਿਸਟਮ ਹੈ ਜਿਸ ਦੇ ਵਿੱਚ ਵੱਖ-ਵੱਖ ਭਾਗ ਹੁੰਦੇ ਨੇ, ਹਰ ਇੱਕ ਭਾਗ ਦੀ ਆਪਣੀ ਲਿਮਿਟ ਹੁੰਦੀ ਹੈ, ਹਰ ਇੱਕ ਭਾਗ ਇੱਕ ਦੂਜੇ ਦੇ ਉੱਤੇ ਇੰਟਰਡਿਪੈਂਡੈਂਸ ਹੁੰਦਾ ਹੈ ਔਰ ਹਰ ਇੱਕ ਭਾਗ ਦੀ ਆਪਣੀ ਆਪਣੀ ਇੱਕ ਸੀਮਾ ਹੁੰਦੀ ਹੈ। ਠੀਕ ਹੈ, ਪੋਲੀਟੀਕਲ ਸਿਸਟਮ ਇਸ ਨੂੰ ਕਿਹਾ ਜਾਂਦਾ। ਨਾਓ ਵਾਟ ਇਜ਼ ਦ ਡਿਫਰੈਂਸ ਬਿਟਵੀਨ ਪੋਲੀਟੀਕਲ ਸਿਸਟਮ ਐਂਡ ਸਟੇਟ। ਨੰਬਰ 1 ਸਰੂਪ ਦੇ ਵਿੱਚ ਅੰਦਰ ਡਿਫਰੈਂਸ ਇਨ ਦੇਅਰ ਨੇਚਰ। ਨੇਚਰ ਮੀਨਸ ਸਟੇਟ ਨੂੰ ਅਸੀਂ ਨਹੀਂ ਦੇਖਿਆ, ਹੈ ਨਾ, ਸਟੇਟ ਇੱਕ ਇਮੈਜਿਨਰੀ ਚੀਜ਼ ਹੈ ਜਿਸ ਨੂੰ ਆਪਾਂ ਨਹੀਂ ਦੇਖਿਆ ਹੈਗਾ ਬਟ ਐਗਜ਼ਿਸਟ ਕਰਦੀ ਹੈ ਨਾ। ਔਰ ਜਿਹੜਾ ਪੋਲੀਟੀਕਲ ਸਿਸਟਮ ਹੈ ਉਸ ਨੂੰ ਆਪਾਂ ਦੇਖਿਆ, ਹੈ ਨਾ, ਦੇਖਿਆ ਨਾ, ਆਪਾਂ ਪੋਲੀਟੀਕਲ ਸਿਸਟਮ ਨੂੰ ਦੇਖਦੇ ਹਾਂ, ਠੀਕ ਹੈ, ਕਿ ਕਿਹੋ ਜਿਹਾ ਕੰਮ ਕਰ ਰਿਹਾ। ਸੋ ਇਹਨਾਂ ਦੇ ਸਰੂਪ ਦੇ ਵਿੱਚ ਅੰਤਰ ਹੈ। ਨੰਬਰ ਡਿਫਰੈਂਸ ਇਨ ਦੇਅਰ ਕੌਨਸਟੀਟਿਊਟ ਐਲੀਮੈਂਟ, ਯਾਨੀ ਕਿ ਨਿਰਮਾਣਕ ਤੱਤਵਾਂ ਦੇ ਵਿੱਚ ਅੰਤਰ। ਠੀਕ ਹੈ, ਸਟੇਟ ਨੂੰ ਬਣਾਉਣ ਲਈ ਕਿਹੜੇ ਤੱਤਵਾਂ ਦੀ ਲੋੜ ਪੈਂਦੀ ਹੈ? 4 ਪਾਪੂਲੇਸ਼ਨ, ਫਿਕਸ ਟੈਰੀਟਰੀ, ਸਰਕਾਰ ਅਤੇ ਪ੍ਰਭੂ ਸੱਤਾ। ਔਰ ਪੋਲੀਟੀਕਲ ਸਿਸਟਮ ਨੂੰ ਬਣਾਉਣ ਲਈ ਕੀ ਚਾਹੀਦਾ ਹੈ? ਡਿਫਰੈਂਟ ਪਾਰਟਸ ਹੋਣ ਔਰ ਜਿਨ੍ਹਾਂ ਦੀ ਆਪਣੀਆਂ ਆਪਣੀਆਂ ਸੀਮਾਵਾਂ ਹੋਣ, ਸਭ ਦੇ ਵਿੱਚ ਇੰਟਰਡਿਪੈਂਡੈਂਸ ਹੋਵੇ। ਉਸ ਤੋਂ ਬਾਅਦ ਹੈ ਬੇਟਾ ਸੀਮਾਵਾਂ ਦੇ ਵਿੱਚ ਅੰਤਰ, ਡਿਫਰੈਂਸ ਇਨ ਦੇਅਰ ਬਾਉਂਡਰੀ। ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਦੇ ਵਿੱਚ ਅੰਤਰ ਹੁੰਦਾ ਹੈ। ਰਾਜ ਦੀਆਂ ਸੀਮਾਵਾਂ ਖੇਤਰੀ ਹੁੰਦੀਆਂ ਨੇ, ਆਮ ਤੌਰ 'ਤੇ ਸਥਾਈ ਹੁੰਦੀਆਂ ਨੇ, ਲੇਕਿਨ ਪੋਲੀਟੀਕਲ ਸਿਸਟਮ ਦੀਆਂ ਜਿਹੜੀਆਂ ਸੀਮਾਵਾਂ ਹੁੰਦੀਆਂ ਨੇ, ਲਿਮਿਟੇਸ਼ਨਸ ਹੁੰਦੀਆਂ ਨੇ, ਉਹ ਸਥਾਈ ਨਹੀਂ ਹੁੰਦੀਆਂ। ਇਟ ਕੈਨ ਬੀ ਅ ਚੇਂਜ, ਹੈ ਨਾ। ਅਗਲਾ 4th ਰਾਜ ਮਨੁੱਖਾਂ ਤੋਂ ਬਣਦਾ ਹੈ, ਜਦਕਿ ਪੋਲੀਟੀਕਲ ਸਿਸਟਮ ਮਨੁੱਖਾਂ ਦੇ ਰਾਜਨੀਤਿਕ ਸੰਬੰਧਾਂ ਅਤੇ ਰਾਜਨੀਤਿਕ ਭੂਮਿਕਾ ਤੋਂ ਬਣਦਾ ਹੈ। ਦ ਸਟੇਟ ਇਜ਼ ਕੰਸਰਨਡ ਵਿਦ ਦ ਪੀਪਲਸ ਵੇਅਰ ਐਜ਼ ਦ ਪੋਲੀਟੀਕਲ ਸਿਸਟਮ ਇਜ਼ ਕੰਸਿਸਟ ਫੋਰ ਦੇਅਰ ਪੋਲੀਟੀਕਲ ਰਿਲੇਸ਼ਨਸ ਐਂਡ ਪੋਲੀਟੀਕਲ ਰੂਲਸ। ਸਟੇਟ ਜਿਹੜੀ ਹੈਗੀ ਆ ਉਹ ਲੋਕਾਂ ਤੋਂ ਬਣਦੀ ਹੈ, ਲੇਕਿਨ ਪੋਲੀਟੀਕਲ ਸਿਸਟਮ ਲੋਕਾਂ ਦਾ ਕੀ ਰਾਜਨੀਤੀ ਦੇ ਵਿੱਚ ਕਿੰਨੀ ਕੁ ਭਾਗੀਦਾਰੀ ਹੈ, ਲੋਕਾਂ ਦੇ ਰਾਜਨੀਤਿਕ ਵਿਚਾਰ ਕਿਹੋ ਜਿਹੇ ਨੇ, ਲੋਕਾਂ ਦੀ ਪੋਲੀਟਿਕਸ ਦੇ ਵਿੱਚ ਕਿੰਨੀ ਕੁ ਪਾਰਟੀਸਪੇਸ਼ਨਸ ਹੈ, ਉਹਨਾਂ ਤੋਂ ਬਣਦੀ ਹੈ। ਉਸ ਤੋਂ ਬਾਅਦ ਹੈ ਬੇਟਾ ਕਾਰਜਾਂ 'ਚ ਅੰਤਰ, ਡਿਫਰੈਂਸ ਇਨ ਦੇਅਰ ਫੰਕਸ਼ਨ। ਸਟੇਟ ਅਤੇ ਪੋਲੀਟੀਕਲ ਸਿਸਟਮ ਦੇ ਕੰਮ ਜਿਹੜੇ ਹੈਗੇ ਨੇ ਡਿਫਰੈਂਟ ਨੇ। ਵਰਤਮਾਨ ਸਟੇਟ ਵਿਅਕਤੀ ਦੀ ਜਾਨ ਮਾਲ ਧਨ ਦੀ ਸੁਰੱਖਿਆ ਕਰਦਾ ਹੈ ਔਰ ਪੋਲੀਟੀਕਲ ਸਿਸਟਮ ਕੀ ਕਰਦਾ ਹੈ ਕਿ ਲੋਕਾਂ ਦੇ ਰਹਿਣ ਦੇ ਲਈ ਇੱਕ ਵਧੀਆ ਐਟਮੋਸਫੇਅਰ ਜਿਹੜਾ ਹੈਗਾ ਉਹ ਕਾਇਮ ਕਰਦਾ ਹੈ। ਸਾਰੇ ਰਾਜ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ, ਜਦਕਿ ਪੋਲੀਟੀਕਲ ਸਿਸਟਮ ਦੇ ਵਿੱਚ ਅੰਤਰ ਹੁੰਦਾ ਹੈ। ਆਲ ਦੀ ਸਟੇਟਸ ਆਰ ਅਲਾਈਕ ਵੇਅਰ ਐਜ਼ ਪੋਲੀਟੀਕਲ ਸਿਸਟਮ ਕੈਨ ਬੀ ਡਿਫਰੈਂਟ ਕਾਈਂਡ, ਯਾਨੀ ਕਿ ਹਰ ਇੱਕ ਜਗ੍ਹਾ ਸਟੇਟ ਇੱਕੋ ਜਿਹੀ ਹੁੰਦੀ ਹੈ ਨਾ, ਸਟੇਟਸ ਇੱਕੋ ਤਰ੍ਹਾਂ ਦੀ ਹੁੰਦੀ ਹੈ, ਲੇਕਿਨ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਉਹਨਾਂ ਸਟੇਟਸ ਦੇ ਵਿੱਚ ਡਿਫਰੈਂਟ ਹੁੰਦਾ ਹੈ। ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ, ਜਦਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟਲ ਫਾਰਮ ਆਫ ਗਵਰਨਮੈਂਟ ਹੈ ਨਾ। ਉਸ ਤੋਂ ਬਾਅਦ ਆਉਂਦਾ ਹੈ ਜੀ 7th ਪੁਆਇੰਟ ਬੇਟਾ ਤੁਹਾਡਾ ਇਹਦੇ ਵਿੱਚ ਹੈ ਦੇਅਰ ਇਜ਼ ਅ ਇੰਟਰਡਿਪੈਂਡੈਂਸ ਆਫ ਦ ਪਾਰਟਸ ਆਫ ਪੋਲੀਟੀਕਲ ਸਿਸਟਮ ਬਟ ਨੋ ਸੱਚ ਥਿੰਗਸ ਇਨ ਦ ਸਟੇਟ। ਰਾਜਨੀਤਿਕ ਪ੍ਰਣਾਲੀ ਦੇ ਵਿੱਚ ਅੰਗਾਂ ਦੇ ਵਿੱਚ ਨਿਰਭਰਤਾ ਪਾਈ ਜਾਂਦੀ ਹੈ, ਜਦਕਿ ਸਟੇਟ ਦੇ ਵਿੱਚ ਇਹੋ ਜਿਹਾ ਨਹੀਂ ਹੈ। ਠੀਕ ਹੈ, ਪ੍ਰਭੂ ਸੱਤਾ ਦੇ ਤੱਤ ਦੇ ਸੰਬੰਧੀ ਅੰਤਰ, ਯਾਨੀ ਕਿ
ਸੋਵਰੈਨਿਟੀ ਜਿਹੜੀ ਹੈਗੀ ਉਹ ਸਟੇਟ ਕੋਲ ਨਹੀਂ ਹੈ, ਲੇਕਿਨ ਪੋਲੀਟੀਕਲ ਸਿਸਟਮ ਕੋਲ ਨਹੀਂ ਹੈ, ਕਿਉਂਕਿ ਲੋਕੀ ਸਟੇਟ ਦੇ ਅਗੇਂਸਟ ਨਹੀਂ ਜਾਂਦੇ ਲੇਕਿਨ ਪੋਲੀਟੀਕਲ ਸਿਸਟਮ ਦੇ ਅਗੇਂਸਟ ਜਾਂਦੇ ਹੈ। ਪੋਲੀਟੀਕਲ ਸਿਸਟਮ ਦੇ ਖਿਲਾਫ ਧਰਨੇ ਕੱਢਦੇ ਆ, ਹੜਤਾਲਾਂ ਕਰਦੇ ਨੇ, ਲੇਕਿਨ ਸਟੇਟ ਦੇ ਖਿਲਾਫ ਜਿਹੜਾ ਹੈਗਾ ਉਹ ਧਰਨੇ ਨਹੀਂ ਨਿਕਲਦੇ ਹੈਗੇ। ਉਸ ਤੋਂ ਬਾਅਦ ਸਟੇਟ ਇਜ਼ ਅ ਪਰਮਾਨੈਂਟ ਪੋਲੀਟੀਕਲ ਸਿਸਟਮ ਕੀਪ ਔਨ ਚੇਂਜਿੰਗ, ਯਾਨੀ ਕਿ ਸਟੇਟ ਇਜ਼ ਕੌਨਸਟੈਂਟ ਥਿੰਗ, ਯਾਨੀ ਕਿ ਸਟੇਟ ਕਦੇ ਬਦਲਦੀ ਨਹੀਂ ਹੈ, ਸਟੇਟ ਪਰਮਾਨੈਂਟ ਹੈ, ਲੇਕਿਨ ਉਸ ਦੇ ਵਿੱਚ ਕੰਮ ਕਰ ਰਿਹਾ ਪੋਲੀਟੀਕਲ ਸਿਸਟਮ ਇਟ ਕੈਨ ਬੀ ਚੇਂਜ, ਹੈ ਨਾ, ਟਾਈਮ ਦੇ ਅਕੋਰਡਿੰਗਲੀ ਜਿਹੜਾ ਹੈਗਾ ਇਸ ਦੇ ਵਿੱਚ ਅਮੈਂਡਮੈਂਟਸ ਜਿਹੜੇ ਹੈਗੇ ਨੇ ਉਹ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਹੈ ਬੇਟਾ ਰਾਜ ਵਰਤਮਾਨ ਧਾਰਨਾ ਹੈ, ਜਦਕਿ ਰਾਜਨੀਤਿਕ ਪ੍ਰਣਾਲੀ ਵਿਸ਼ਲੇਸ਼ਣਾਤਮਕ ਧਾਰਨਾ ਹੈ। ਸਟੇਟ ਇਜ਼ ਅ ਐਕਸਪਲੇਨਰੀ ਕਨਸੈਪਟ ਐਂਡ ਪੋਲੀਟੀਕਲ ਸਿਸਟਮ ਇਜ਼ ਦ ਐਨਾਲਿਟਿਕ ਕੰਪਟੈਂਸ, ਮੀਨਸ ਸਟੇਟ ਜਿਹੜਾ ਹੈਗਾ ਵਰਣਾਤਮਕ ਹੈ। ਵਰਣਾਤਮਕ ਮੀਨਸ ਇਸ ਦੀ ਵਰਣਨਾ ਕੀਤੀ ਜਾਂਦੀ ਹੈ, ਇਹ ਇੱਕ ਪ੍ਰੈਕਟੀਕਲ ਚੀਜ਼ ਨਹੀਂ ਹੈ। ਪੋਲੀਟੀਕਲ ਸਿਸਟਮ ਇਜ਼ ਅ ਪ੍ਰੈਕਟੀਕਲ ਥਿੰਗ। ਉਸ ਤੋਂ ਬਾਅਦ ਆਉਂਦਾ ਹੈ ਪੋਲੀਟੀਕਲ ਰਾਜਨੀਤਿਕ ਸਮਾਜੀਕਰਨ ਅਤੇ ਰਾਜਨੀਤਿਕ ਸੱਭਿਆਚਾਰ ਦਾ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਵਿਸ਼ੇਸ਼ ਸਥਾਨ ਹੈ। ਪੋਲੀਟੀਕਲ ਸੋਸ਼ਲਾਈਜੇਸ਼ਨ ਔਰ ਪੋਲੀਟੀਕਲ ਕਲਚਰ ਇਟ ਮਸਟ ਬੀ ਮੋਰ ਇੰਪੋਰਟੈਂਟ ਫੋਰ ਦੀ ਪੋਲੀਟੀਕਲ ਸਿਸਟਮ ਨਾਟ ਫੋਰ ਦੀ ਸਟੇਟ। ਰਾਜ ਵਿੱਚ ਕੇਵਲ ਰਸਮੀ ਕਾਨੂੰਨ ਸੰਸਥਾਵਾਂ ਦੇ ਵੀ ਸ਼ਾਮਿਲ ਹੁੰਦੇ ਨੇ, ਜਦਕਿ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਰਸਮੀ ਅਤੇ ਗੈਰ ਰਸਮੀ ਦੋਨੋਂ ਤਰ੍ਹਾਂ ਦੇ, ਯਾਨੀ ਕਿ ਸਟੇਟ ਦੇ ਵਿੱਚ ਸਿਰਫ ਫਾਰਮਲ ਲਾਅ ਹੁੰਦੇ ਨੇ ਔਰ ਬਟ ਪੋਲੀਟੀਕਲ ਸਿਸਟਮ ਦੇ ਵਿੱਚ ਫਾਰਮਲ ਔਰ ਇਨਫਾਰਮਲ ਦੋਨੋਂ ਤਰ੍ਹਾਂ ਦੇ ਲਾਅ ਹੁੰਦੇ ਨੇ। ਸਟੇਟ ਇਜ਼ ਜਿਹੜੇ ਹੈਗੀ ਹੈ ਇਜ਼ ਦਾ ਓਲਡ ਕਨਸੈਪਟ ਵੇਅਰ ਇਜ਼ ਦਾ ਪੋਲੀਟੀਕਲ ਸਿਸਟਮ ਇਜ਼ ਦਾ ਮਾਡਰਨ ਕਨਸੈਪਟ। ਸਟੇਟ ਜਿਹੜੀ ਹੈਗੀ ਹੈ ਪੁਰਾਣੀ ਧਾਰਨਾ ਹੈ, ਹੌਬਸ ਲੌਕ ਰੂਸੋ ਦੇ ਟਾਈਮ ਤੋਂ ਚੱਲੀ ਆ ਰਹੀ ਹੈ, ਬਟ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਇਟ ਇਜ਼ ਦਾ ਨਿਊ ਕਨਸੈਪਟ। ਸੋ ਏਰੀਆ ਆਫ ਦੀ ਪੋਲੀਟੀਕਲ ਸਿਸਟਮ ਇਜ਼ ਲੈਸ ਵਾਸਟ ਦੈਨ ਦੀ ਸਟੇਟ। ਸੋ ਬੇਟਾ ਇਹ ਸਾਡਾ ਟੌਪਿਕ ਹੈ ਇੱਥੇ ਕੰਪਲੀਟ ਹੋ ਗਿਆ। ਤਾਂ ਕਨਕਲੂਜਨ ਜਿਹੜਾ ਹੈਗਾ ਤੁਸੀਂ ਇੱਥੋਂ ਲਿਖੋਗੇ ਕਿ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹ ਜਿਹੜੇ 4 ਪੁਆਇੰਟਸ ਨੇ ਤੁਸੀਂ ਇਹਦਾ ਕਨਕਲੂਜਨ ਲਿਖੋਗੇ। ਅਗਰ ਇਸ ਦੇ ਬਾਵਜੂਦ ਬੇਟਾ ਕਿਸੇ ਵੀ ਸਟੂਡੈਂਟਸ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਦੈਨ ਯੂ ਕੈਨ ਕੰਟੈਕਟ ਮੀ, ਠੀਕ ਹੈ, ਓਕੇ।